ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਸਾਰੇ ਪੰਜਾਬੀ ਵੀਰਾਂ ਨੂੰ ਮੈਂ ਵੈਲਕਮ ਕਰਦਾ ਤੇ ਬਾਕੀ ਹੋਰ ਲੋਕਾਂ ਨੂੰ ਵੀ ਇਸ ਲੈਕਚਰ 'ਚ ਵੈਲਕਮ ਕਰਦਾ। ਅੱਜ ਇੱਕ ਬਹੁਤ ਹੀ ਸਪੈਸ਼ਲ ਦਿਨ ਹੈਗਾ, ਤੁਹਾਨੂੰ ਸਾਰਿਆਂ ਨੂੰ ਪਤਾ ਅੱਜ 26 ਜਨਵਰੀ ਹੈਗਾ ਤੇ ਅੱਜ ਦੇ ਮੌਕੇ ਤੇ ਮੈਂ ਸੋਚਿਆ ਅੱਜ ਇੱਕ ਲੈਕਚਰ ਬਣਾਇਆ ਜਾਏ ਜੋ ਕਿ ਬਹੁਤ ਹੀ ਜ਼ਰੂਰੀ ਲੈਕਚਰ ਹੈਗਾ, ਬਹੁਤ ਹੀ ਜ਼ਰੂਰੀ ਟੌਪਿਕ ਤੇ ਹੈਗਾ ਔਰ ਆਪਾਂ ਸਟਾਰਟ ਕਰਦੇ ਹਾਂ। ਅੱਜ ਦਾ ਲੈਕਚਰ ਹੈਗਾ ਪੈਰਾਂ 'ਤੇ ਸਵੈਲਿੰਗ ਜਿਹੜੀ ਹੁੰਦੀ ਹੈ, ਆਪਣੇ ਪੈਰ ਸੁੱਜ ਜਾਂਦੇ ਹੈ, ਕਈ ਪੇਸ਼ੈਂਟਸ ਦੇ ਅੱਖਾਂ 'ਤੇ ਸਵੈਲਿੰਗ ਹੋ ਜਾਂਦੀ ਹੈ, ਚਿਹਰਾ ਸੁੱਜ ਜਾਂਦਾ ਹੈ, ਪੇਟ 'ਚ ਪਾਣੀ ਭਰ ਜਾਂਦਾ ਹੈ ਜਾਂ ਛਾਤੀ 'ਚ ਪਾਣੀ ਭਰ ਜਾਂਦਾ ਹੈ ਔਰ ਵੇਟ ਵੱਧ ਜਾਂਦਾ ਹੈ। ਇਹ ਕਿਉਂ ਹੁੰਦਾ ਹੈ ਅਤੇ ਇਹਦੇ ਕੀ ਕਾਰਨ ਹੈਗੇ। ਔਰ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਕੰਟੀਨਿਊ ਕਰੀਏ, ਜਿਨ੍ਹਾਂ ਵੀਰਾਂ ਨੂੰ ਨਹੀਂ ਪਤਾ ਮੇਰੇ ਬਾਰੇ, ਮੇਰਾ ਨਾਮ ਡਾਕਟਰ ਰੋਬਰਟ ਜੇਮਸ ਹੈ। ਮੈਂ MBBS ਅਤੇ MD ਮੈਡੀਸਨ CMC ਤੋਂ ਕੀਤੀ ਔਰ ਫੈਲੋਸ਼ਿਪ ਇਨ ਕਲੀਨਿਕਲ ਕਾਰਡੀਓਲੋਜੀ ਐਂਡ ਫੈਲੋਸ਼ਿਪ ਇਨ 2D ਐਕੋਕਾਰਡੀਓਗ੍ਰਾਫੀ। ਸੋ ਅੱਜ ਦਾ ਟੌਪਿਕ ਹੈ ਸਵੈਲਿੰਗ, ਜਿਹਨੂੰ ਆਪਾਂ ਇੰਗਲਿਸ਼ 'ਚ ਇਡੀਮਾ ਕਹਿ ਦਿੰਦੇ ਹਾਂ। ਇਡੀਮਾ ਜਦੋਂ ਆਪਾਂ ਗੱਲ ਕਰਦੇ ਹਾਂ ਉਹ ਮੇਨਲੀ ਆਪਾਂ ਸੋਚਦੇ ਹਾਂ ਕਿ ਪੈਰਾਂ 'ਚ ਜਿਹੜੀ ਸੋਜਿਸ਼ ਹੈਗੀ ਉਹ ਇਡੀਮਾ ਹੈਗੀ, ਉਹ ਚੀਜ਼ ਵੀ ਇਡੀਮਾ ਹੈਗੀ। ਬਟ ਕਈ ਵਾਰੀ ਕੁਛ ਪੇਸ਼ੈਂਟਸ ਨੂੰ ਜ਼ਿਆਦਾ ਚਿਹਰੇ 'ਤੇ ਸੋਜਿਸ਼ ਹੋਏਗੀ, ਸਪੈਸ਼ਲੀ ਜਿਹੜੇ ਕਿਡਨੀ ਦੇ ਪੇਸ਼ੈਂਟਸ ਹੈਗੇ ਉਹਨਾਂ ਨੂੰ ਸੋਜਿਸ਼ ਜਿਹੜੀ ਹੈਗੀ ਅੱਖਾਂ ਦੇ ਰਾਊਂਡ ਫੀਲ ਹੋਏਗੀ ਅਤੇ ਫਿਰ ਪੈਰਾਂ 'ਤੇ ਵੀ ਸੋਜਿਸ਼ ਹੋਣ ਲੱਗੇਗੀ ਔਰ ਪੇਟ 'ਚ ਵੀ ਪਾਣੀ ਭਰਨ ਲੱਗੇਗਾ। ਇਨਫੈਕਟ ਜਿਹੜੀ ਤੁਹਾਡੀ ਪੇਟ ਦੀ ਐਬਡੋਮੀਨਲ ਵਾਲ ਹੈਗੀ ਉਹ 'ਤੇ ਵੀ ਸਵੈਲਿੰਗ ਹੋਏਗੀ। ਤੁਸੀਂ ਜੇ ਆਪਣਾ ਉਂਗਲਾਂ ਨੂੰ ਇੱਦਾਂ ਰੱਖੋਗੇ ਥੋੜ੍ਹੇ ਪ੍ਰੈਸ਼ਰ ਦੇ ਨਾਲ, ਉੱਥੇ ਟੋਏ ਪੈ ਜਾਣਗੇ। ਉਸੇ ਤਰ੍ਹਾਂ ਜੇ ਆਪਾਂ ਐਡੀਮਾ ਚੈੱਕ ਕਰਨਾ ਹੈਗਾ, ਜੇ ਤੁਸੀਂ ਪੈਰਾਂ 'ਤੇ ਗਿੱਟੇ 'ਤੇ ਤੁਸੀਂ ਅੰਗੂਠੇ ਨਾਲ ਤੁਸੀਂ 5 ਜਾਂ 10 ਸੈਕਿੰਡ ਦਬਾਓਗੇ, ਉੱਥੇ ਤੁਹਾਨੂੰ ਇੱਕ ਛੋਟਾ ਜਿਹਾ ਟੋਇਆ ਪੈ ਜਾਏਗਾ। ਕਈ ਵਾਰੀ ਉਹ ਭਰ ਜਾਂਦਾ ਵਾਪਸ, ਕਈ ਵਾਰੀ ਨਹੀਂ ਭਰਦਾ, ਥੋੜ੍ਹੀ ਦੇਰ ਬਾਅਦ ਭਰਦਾ। ਉਹਨੂੰ ਆਪਾਂ ਪਿਟਿੰਗ ਜਾਂ ਨੋਨ ਪਿਟਿੰਗ ਐਡੀਮਾ ਕਹਿ ਦਿੰਦੇ ਹਾਂ। ਅਤੇ ਇਹਨਾਂ ਦੇ ਕਾਫੀ ਕਾਰਨ ਹੈਗੇ, ਮੈਡੀਕਲ ਕੰਡੀਸ਼ਨਸ ਹੈਗੇ ਜਿਨ੍ਹਾਂ 'ਚ ਐਡੀਮਾ ਹੋ ਸਕਦਾ। ਕੁਛ ਬਹੁਤ ਹੀ ਮਾਈਲਡ ਚੀਜ਼ਾਂ ਹੈਗੀਆਂ ਜਿਨ੍ਹਾਂ ਕਰਕੇ ਐਡੀਮਾ ਹੁੰਦਾ, ਅਤੇ ਕੁਛ ਚੀਜ਼ਾਂ ਕੁਛ ਕੰਡੀਸ਼ਨਸ 'ਚ ਬਹੁਤ ਹੀ ਸੀਰੀਅਸ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ 'ਚ ਐਡੀਮਾ ਹੁੰਦਾ। ਸੋ ਡੈਫੀਨੇਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ। ਐਡੀਮਾ ਜੋ ਕਿ ਸਵੈਲਿੰਗ ਹੁੰਦੀ ਹੈ ਬਾਡੀ 'ਚ, ਪਾਣੀ ਇਕੱਠਾ ਹੋ ਜਾਂਦਾ, ਪਾਣੀ ਭਰ ਜਾਂਦਾ। ਅਤੇ ਇਹਦੇ ਕਾਫੀ ਕਾਰਨ ਹੈਗੇ, ਹਾਰਟ ਡਿਜ਼ੀਜ਼ ਤੋਂ ਲੈ ਕੇ ਛਾਤੀ ਦੀ ਪ੍ਰੋਬਲਮਸ, ਲਿਵਰ ਦੀ ਪ੍ਰੋਬਲਮਸ ਅਤੇ ਕਿਡਨੀ ਦੀ ਪ੍ਰੋਬਲਮਸ, ਥਾਇਰੋਇਡ ਦੀ ਪ੍ਰੋਬਲਮਸ, ਪ੍ਰੈਗਨੈਂਸੀ ਜਾਂ ਜਿਹੜੇ ਲੋਕਲ ਕਾਜ਼ਸ ਹੈਗੇ ਪੈਰਾਂ 'ਚ ਸਵੈਲਿੰਗ ਦੇ, ਫਾਈਲੇਰੀਐਸਿਸ ਜਾਂ ਲਿੰਫ-ਐਡੀਮਾ, ਇਹ ਸਾਰੀ ਚੀਜ਼ਾਂ ਦੇ ਬਾਰੇ 'ਚ ਆਪਾਂ ਥੋੜ੍ਹਾ ਡਿਸਕਸ ਕਰਾਂਗੇ। ਇਹ ਬਹੁਤ ਹੀ ਕੰਪਲੀਕੇਟਡ ਟੌਪਿਕ ਹੈਗਾ, ਮੈਡੀਕਲ ਸਟੂਡੈਂਟਸ ਅਤੇ ਡਾਕਟਰਸ ਲਈ ਹੈਗਾ। ਬਟ ਸਾਡੇ ਕੋਲ OPD 'ਚ ਪੇਸ਼ੈਂਟ ਆਉਂਦੇ ਜਿਹੜੇ ਕਹਿੰਦੇ ਕਿ ਡਾਕਟਰ ਸਾਹਿਬ ਮੇਰੀ ਇਹ ਦਵਾਈ ਚੱਲ ਰਹੀ ਹੈ ਅਤੇ ਮੇਰੇ ਗਿੱਟੇ ਸੁੱਜ ਗਏ, ਜਾਂ ਡਾਕਟਰ ਸਾਹਿਬ ਮੈਂ ਇਹ ਦਵਾਈ ਖਾ ਰਿਹਾ ਜਾਂ ਇਹ ਮੈਡੀਸਨ ਲੈ ਰਿਹਾ ਜਾਂ ਨਹੀਂ ਲੈ ਰਿਹਾ, ਜਾਂ ਇਹ ਡਾਈਟ ਕਰ ਰਿਹਾ ਅਤੇ ਮੇਰੇ ਪੈਰ ਸੁੱਜ ਗਏ, ਜਾਂ ਮੈਨੂੰ ਐਲਕੋਹਲ ਦੀ ਪ੍ਰੋਬਲਮ ਹੈ ਜਾਂ ਕਿਡਨੀ ਦੀ ਪ੍ਰੋਬਲਮ ਹੈਗੀ ਅਤੇ ਮੇਰੇ ਬਾਡੀ 'ਚ ਸਵੈਲਿੰਗ ਹੋ ਰਹੀ ਹੈ, ਅਤੇ ਇਹਦੇ ਕਾਰਨ ਕੀ ਹੈ ਅਤੇ ਕੀ ਕਰਨਾ ਉਹਦੇ ਲਈ। ਸੋ ਜਿਹੜਾ ਐਡੀਮਾ ਹੈਗਾ ਮੇਨਲੀ ਆਪਾਂ ਗਿੱਟਿਆਂ 'ਤੇ ਦੇਖਿਆ ਜਾਂਦਾ, ਗਿੱਟਿਆਂ ਦੇ ਰਾਊਂਡ, ਟੰਗਾਂ 'ਤੇ, ਥੋੜ੍ਹੀ ਥਾਈਸ 'ਚ ਵੀ ਪਾਣੀ ਇਕੱਠਾ ਹੋ ਸਕਦਾ, ਸਕਿਨ ਦੇ ਨੀਚੇ ਉਹ 'ਚ ਐਡੀਮਾ ਹੋ ਜਾਂਦਾ, ਅਤੇ ਐਬਡੋਮੀਨਲ ਵਾਲ 'ਤੇ, ਚਿਹਰੇ 'ਤੇ, ਹੱਥਾਂ 'ਤੇ, ਕਾਫੀ ਜਗ੍ਹਾ 'ਤੇ। ਇਨਫੈਕਟ ਕਿ ਪੇਟ ਦੇ ਅੰਦਰ ਵੀ ਜਿਹੜੀ ਐਬਡੋਮੀਨਲ ਕੈਵਿਟੀ ਆ ਉਹਦੇ 'ਚ ਪਾਣੀ ਭਰ ਜਾਂਦਾ, ਜਿਹਨੂੰ ਆਪਾਂ ਐਸਾਈਟਿਸ ਕਹਿ ਦਿੰਦੇ ਹਾਂ। ਉਹ ਜ਼ਿਆਦਾ ਕਰਕੇ ਆਪਾਂ ਨੂੰ ਲਿਵਰ ਜਾਂ ਕਿਡਨੀ ਦੇ ਪੇਸ਼ੈਂਟਸ 'ਚ ਦੇਖਿਆ ਜਾਂਦਾ, ਕਈ ਵਾਰੀ ਹਾਰਟ ਡਿਜ਼ੀਜ਼ 'ਚ ਵੀ ਦੇਖਿਆ ਜਾਂਦਾ। ਫਿਰ ਛਾਤੀ 'ਚ ਵੀ ਤੁਹਾਡੇ ਪਾਣੀ ਭਰ ਸਕਦਾ, ਅਤੇ ਹਾਰਟ ਦੇ ਰਾਊਂਡ ਇੱਕ ਝਿੱਲੀ ਹੁੰਦੀ ਉਹਨੂੰ ਪੈਰੀਕਾਰਡੀਅਮ ਕਹਿੰਦੇ ਆ, ਉਸ 'ਚ ਵੀ ਪਾਣੀ ਭਰ ਸਕਦਾ। ਇਹ ਮੇਨਲੀ ਕਈ ਵਾਰੀ TB ਕਰਕੇ ਹੋ ਜਾਂਦਾ, ਅਤੇ ਕਈ ਵਾਰੀ ਇੱਕ ਕੰਡੀਸ਼ਨ ਹੁੰਦੀ ਹਾਈਪੋਪ੍ਰੋਟੀਨੀਮੀਆ, ਜਿਸ 'ਚ ਕਿ ਪ੍ਰੋਟੀਨ ਆਪਣਾ ਸਰੀਰ 'ਚ ਘੱਟ ਜਾਂਦਾ ਅਤੇ ਉਸ ਕਰਕੇ ਸਰੀਰ ਪਾਣੀ ਨੂੰ ਜਿਹੜੀ ਬਲੱਡ ਵੈਸਲਸ ਦੇ ਅੰਦਰ ਨਹੀਂ ਰੱਖ ਸਕਦਾ, ਅਤੇ ਜਿਹੜੇ ਟਿਸ਼ੂਜ਼ 'ਚ ਐਕਸਟਰਾ ਵਾਸਕੂਲਰ ਸਪੇਸ 'ਚ ਪਾਣੀ ਚਲੇ ਜਾਂਦਾ, ਅਤੇ ਉਹਨੂੰ ਆਪਾਂ ਫਿਰ ਐਡੀਮਾ ਕਹਿ ਦਿੰਦੇ ਹਾਂ, ਬਿਕੋਜ਼ ਆਫ ਹਾਈਪੋਪ੍ਰੋਟੀਨੀਮੀਆ, ਹਾਈਪੋਐਲਬੂਮੀਨੀਮੀਆ। ਹੁਣ ਇਹਦੇ ਜਿਹੜੇ ਮੇਨ ਕਾਰਨ ਹੈਗੇ, ਤੁਸੀਂ ਸੋਚੋ ਐਲਬੂਮਿਨ ਜਿਹੜਾ ਹੈਗਾ, ਪ੍ਰੋਟੀਨ ਹੈਗਾ, ਉਹ ਆਪਣੇ ਲਿਵਰ ਨੇ ਬਣਾਉਣਾ। ਸੋ ਜੇ ਲਿਵਰ ਦੀ ਪ੍ਰੋਬਲਮ ਹੋ ਗਈ, ਕੋਈ ਇਨਸਾਨ ਨੂੰ ਹੈਪੇਟਾਈਟਿਸ ਹੋ ਗਈ ਹੈ ਜਾਂ ਪਹਿਲਾਂ ਹੋਈ ਸੀ ਅਤੇ ਲਿਵਰ ਉਹਦਾ ਫੇਲ ਹੋ ਰਿਹਾ, ਜਾਂ ਕੋਈ ਹੋਰ ਆਟੋਇਮਿਊਨ ਡਿਜ਼ੀਜ਼ ਕਰਕੇ, ਜਾਂ ਬਹੁਤ ਜ਼ਿਆਦਾ ਐਲਕੋਹਲ ਪੀਣ ਕਰਕੇ, ਰੈਗੂਲਰ ਐਲਕੋਹਲ ਪੀਣ ਕਰਕੇ, ਜੇ ਤੁਸੀਂ ਇੱਕ ਵਾਰੀ ਵੀ ਐਲਕੋਹਲ ਪੀਓਗੇ ਤੁਹਾਡੇ ਅੱਖਾਂ 'ਤੇ ਤੁਸੀਂ ਨੋਟ ਕਰੋਗੇ ਅਗਲੇ ਦਿਨ ਥੋੜ੍ਹੀ ਸਵੈਲਿੰਗ ਹੈਗੀ ਹੈ, ਪਰ ਉਹ ਸਵੈਲਿੰਗ ਟੈਂਪਰੇਰੀ ਹੈਗੀ, ਉਹ 1-2 ਦਿਨ 'ਚ ਠੀਕ ਹੋ ਜਾਂਦੀ ਹੈ। ਪਰ ਜੇ ਤੁਸੀਂ ਕੰਟੀਨਿਊਅਸ ਐਲਕੋਹਲ ਪੀਂਦੇ ਰਹੋਗੇ, ਉਸ 'ਚ ਤੁਹਾਡੇ ਲੀਵਰ 'ਤੇ ਡੈਮੇਜ ਹੋਣਾ ਸ਼ੁਰੂ ਹੋਏਗਾ, ਤੁਹਾਡਾ ਲੀਵਰ ਦੀ ਸਕਾਰਿੰਗ ਹੋ ਜਾਏਗੀ, ਸਿਰੋਸਿਸ ਹੋ ਜਾਏਗਾ, ਅਤੇ ਜਿਹੜੇ ਲੀਵਰ ਦੇ ਫੰਕਸ਼ਨ ਹੈਗੇ ਉਹ ਬਿਲਕੁਲ ਹੀ ਸਲੋ ਹੋ ਜਾਣਗੇ, ਪ੍ਰੋਟੀਨ ਐਲਬੂਮਿਨ ਘੱਟ ਬਣੇਗਾ, ਅਤੇ ਉਹਦੇ ਕਰਕੇ ਐਡੀਮਾ ਹੋਣ ਲੱਗ ਜਾਏਗਾ।
ਹੁਣ ਤੁਸੀਂ ਇਹ ਯਾਦ ਰੱਖਣਾ ਕਿ ਐਲਬਿਊਮਿਨ ਨੇ ਪਾਣੀ ਨੂੰ ਬੰਨ੍ਹ ਕੇ ਰੱਖਣਾ ਹੈ ਬਲੱਡ ਵੈਸਲਸ ਦੇ ਵਿੱਚ। ਜੇ ਐਲਬਿਊਮਿਨ ਘਟ ਜਾਏਗਾ तो पानी लूज़ हो जाएगा, तो उन्हें आर्टरीज चो बाहर निकल के कैपिलरीज चो बाहर निकल के टिश्यूज़ से फैल जाना, उन्होंने आप एडीमा कहांगे। सो आप अगे चलते हैं। सो वॉट आर द डिफरेंट टाइप्स ऑफ एडीमास। हुण ब्रॉडली आप दो चीज़ां दो कैटेगरीज से क्लासीफाई कर सकते हैं, जिहड़े नॉट वैरी अर्जेंट कॉजेस ते जिहड़े बहुत ही अर्जेंट कॉजेस हैगे। सो अर्जेंट कॉजेस से वो कंडीशनस हैगी ਜਿਹੜੀਆਂ ਜਿਨ੍ਹਾਂ 'ਚ ਐਡੀਮਾ ਹੈਗਾ ਅਤੇ ਬਹੁਤ ਹੀ ਸੀਰੀਅਸ ਹੈਗੀਆਂ। ਜੇ ਆਪਾਂ ਉਹਨੂੰ ਇੱਕੋ ਦਮ ਐਡਰੈਸ ਨਹੀਂ ਕੀਤਾ ਤਾਂ ਪਰਮਾਨੈਂਟ ਨੁਕਸਾਨ ਹੋ ਸਕਦਾ। ਜਿਵੇਂ ਕਿ ਇੱਕ ਖੂਨ ਦਾ ਧੱਬਾ ਤੁਹਾਡੇ ਆਰਟਰੀ 'ਚ ਚਲਾ ਗਿਆ, ਪੈਰ 'ਚ ਚਲਾ ਗਿਆ, ਜਾਂ ਵੇਨ 'ਚ ਤੁਹਾਡੇ ਪੈਰਾਂ ਦੀ ਲੱਤਾਂ ਦੀ ਵੇਨਸ 'ਚ ਬਲੱਡ ਜੰਮ ਗਿਆ, ਅਤੇ ਜੇ ਉਹਨੂੰ ਆਪਾਂ ਇੱਕੋ ਦਮ ਐਡਰੈਸ ਨਹੀਂ ਕਰਾਂਗੇ, ਮੈਡੀਸਨ ਨਹੀਂ ਸਟਾਰਟ ਕਰਾਂਗੇ, ਤਾਂ ਉਹ ਇੱਕੋ ਦਮ ਨੁਕਸਾਨ ਕਰੇਗਾ, ਡੈਫੀਨੇਟਲੀ ਨੁਕਸਾਨ ਕਰੇਗਾ। ਕਈ ਵਾਰੀ ਤੁਹਾਡੀ ਪਲਸ ਜਾ ਸਕਦੀ ਉਸ ਪੈਰ 'ਚ, ਗੈਂਗਰੀਨ ਹੋ ਸਕਦਾ ਜੇ ਆਰਟਰੀ 'ਚ ਬਲੋਕੇਜ ਹੈਗੀ। ਜੇ ਵੇਨ 'ਚ ਬਲੋਕੇਜ ਹੈਗੀ, ਉਹ ਕਲੌਟ ਜਿਹੜਾ ਵੇਨ 'ਚ ਹੈਗਾ ਟੁੱਟ ਕੇ ਤੁਹਾਡੇ ਲੰਗਸ 'ਚ ਜਾ ਸਕਦਾ ਹੈ, ਠੀਕ ਹੈ। ਅਤੇ ਉੱਪਰ ਜਾਂ ਇਨਫੀਰੀਅਰ ਵੇਨੇ ਕਾਵਾ 'ਚ ਪੇਟ ਦੇ ਅੰਦਰ ਇਨਫੀਰੀਅਰ ਵੇਨੇ ਕਾਵਾ ਹੁੰਦਾ, ਉੱਥੇ ਜਾ ਕੇ ਫਸ ਸਕਦਾ। ਸੋ ਇਹ ਅਰਜੈਂਟ ਕਾਜ਼ਸ ਹੋ ਗਏ। ਜਾਂ ਸੱਟ ਲੱਗ ਗਈ ਅਤੇ ਇਨਫੈਕਸ਼ਨ ਕਰਕੇ ਸੈਲੂਲਾਈਟਿਸ ਹੋ ਗਈ, ਠੀਕ ਹੈ। ਸੈਲੂਲਾਈਟਿਸ ਜਦੋਂ ਪੈਰ ਸੁੱਜ ਜਾਂਦਾ ਬਿਕੋਜ਼ ਕੋਈ ਇਨਫੈਕਸ਼ਨ ਹੋ ਗਿਆ, ਆਪਣਾ ਪੈਰ ਕਿਸੇ ਚੀਜ਼ 'ਚ ਲੱਗਿਆ, ਪੱਥਰ 'ਚ ਲੱਗਿਆ ਅਤੇ ਆਪਾਂ ਧਿਆਨ ਨਹੀਂ ਦਿੱਤਾ। ਜਾਂ ਪੇਸ਼ੈਂਟ ਨੂੰ ਸ਼ੂਗਰ ਦੀ ਬਿਮਾਰੀ ਹੈਗੀ, ਉਹਨੇ ਚਲਦੇ ਚਲਦੇ ਕਿਸੇ ਚੀਜ਼ 'ਤੇ ਟਕਰਾ ਗਿਆ, ਉਹਨੂੰ ਪਤਾ ਹੀ ਨਹੀਂ ਲੱਗਿਆ ਅਤੇ ਇਨਫੈਕਸ਼ਨ ਹੋ ਗਿਆ, ਅਤੇ ਉਹ ਇਨਫੈਕਸ਼ਨ ਥੋੜ੍ਹਾ ਫੈਲ ਜਾਏਗਾ, ਉਹ ਸੈਲੂਲਾਈਟਿਸ ਕਰੇਗਾ, ਉਸ ਕਰਕੇ ਵੀ ਐਡੀਮਾ ਹੋ ਜਾਏਗਾ। ਸੋ ਇਹ ਅਰਜੈਂਟ ਕਾਜ਼ਸ ਹੈਗੇ। ਨੋਨ ਅਰਜੈਂਟ ਕਾਜ਼ਸ ਹੈਗੇ ਜਿਹੜੇ ਤੁਸੀਂ ਜਿਵੇਂ ਆਪਾਂ ਕੋਈ ਸਿਕਿਉਰਿਟੀ ਦੀ ਡਿਊਟੀ ਕਰ ਰਿਹਾ ਜਾਂ ਕੋਈ ਹੋਰ ਕੰਮ ਕਰ ਰਿਹਾ ਜਿਸ 'ਚ ਆਪਾਂ ਨੂੰ ਖੜ੍ਹੇ ਰਹਿਣਾ, ਉਸ ਨਾਲ ਗ੍ਰੈਵਿਟੀ ਦੇ ਨਾਲ ਤੁਹਾਡੇ ਪੈਰਾਂ 'ਚ ਬਲੱਡ ਇਕੱਠਾ ਹੋ ਜਾਏਗਾ ਐਂਡ ਉਹ ਫਿਰ ਐਡੀਮਾ ਹੀ ਹੋਏਗਾ। ਬਟ ਜੇ ਤੁਸੀਂ ਲੇਟੋਗੇ ਅਤੇ ਥੋੜ੍ਹਾ ਰੈਸਟ ਕਰੋਗੇ, ਉਹ ਐਡੀਮਾ ਠੀਕ ਹੋ ਜਾਏਗਾ। ਸੋ ਦੈਟ ਇਜ਼ ਨਾਟ ਅ ਵੈਰੀ ਸੀਰੀਅਸ ਕਾਜ਼ ਆਫ ਐਡੀਮਾ। ਉਹ ਐਡੀਮੇ ਦੀ ਕਰਕੇ ਤੁਸੀਂ ਮਤਲਬ ਕੈਜੂਅਲਟੀ 'ਚ ਨਹੀਂ ਜਾਓਗੇ। ਪਰ ਜੇ ਥੋੜ੍ਹੇ ਸੱਟ ਲੱਗੀ ਹੈ ਅਤੇ ਉਹ ਸਵੈਲਿੰਗ ਹੋ ਗਈ ਹੈ, ਉਹ ਡੈਫੀਨੇਟਲੀ ਮੈਡੀਕਲ ਐਮਰਜੈਂਸੀ ਬਣ ਜਾਂਦੀ ਹੈ। ਜਾਂ ਪੈਰਾਂ 'ਚ ਵੇਨਸ 'ਚ ਬਲੱਡ ਜੰਮ ਗਿਆ, ਉਹ ਐਮਰਜੈਂਸੀ ਐਡਮਿਟ ਕਰਨਾ ਅਤੇ ਟਰੀਟਮੈਂਟ ਕਰਨਾ, ਬਲੱਡ ਥਿਨਰਸ ਵਗੈਰਾ। ਜਾਂ ਦੂਸਰਾ ਤਰੀਕਾ ਹੈ ਕਲਾਸੀਫਾਈ ਕਰਨ ਦਾ, ਇਨਫੈਕਸ਼ਨ ਜਾਂ ਨੋਨ ਇਨਫੈਕਸ਼ੀਅਸ। ਮੋਸਟ ਆਫ ਦਾ ਕਾਜ਼ਸ ਜਿਹੜੇ ਕਾਰਨ ਹੈਗੇ ਐਡੀਮੇ ਦੇ, ਪੈਰਾਂ 'ਚ ਸਵੈਲਿੰਗ ਦੇ, ਮੂੰਹ 'ਤੇ ਸਵੈਲਿੰਗ ਦੇ, ਉਹ ਨੋਨ ਇਨਫੈਕਸ਼ਨ ਹੁੰਦੇ। ਵੀ ਇਨਫੈਕਸ਼ਨ ਦੇ ਕਰਕੇ ਉਹ ਸਵੈਲਿੰਗ ਨਹੀਂ ਹੈਗੀ। ਮੇਨਲੀ ਜਦੋਂ ਆਪਣਾ ਲਿਵਰ ਪ੍ਰੋਟੀਨ ਘੱਟ ਬਣਾਉਂਦਾ ਉਦੋਂ ਐਡੀਮਾ ਹੋਏਗਾ। ਜਾਂ ਕਿਡਨੀ ਦੀ ਪ੍ਰੋਬਲਮ ਹੋ ਜਾਂਦੀ ਹੈ ਜਿਸ 'ਚ ਕਿ ਕਿਡਨੀ ਪ੍ਰੋਟੀਨ ਨੂੰ ਰੋਕ ਨਹੀਂ ਪਾਉਂਦੀ ਅਤੇ ਕਿਡਨੀ ਪਿਸ਼ਾਬ 'ਚ ਚਰਬੀ ਕੱਢਦੀ ਰਹਿੰਦੀ ਹੈ। ਪ੍ਰੋਟੀਨ ਨੂੰ ਆਪਾਂ ਚਰਬੀ ਕਹਿੰਦੇ ਹਾਂ, ਐਲਬਿਊਮਿਨ ਚਰਬੀ ਕਹਿੰਦੇ ਹਾਂ। ਸੋ ਉਸ ਕੇਸ 'ਚ ਆਪਣੀ ਬੋਡੀ 'ਚ ਐਲਬਿਊਮਿਨ ਘੱਟ ਹੋ ਜਾਏਗਾ, ਉਹਨੂੰ ਆਪਾਂ ਹਾਈਪੋਐਲਬਿਊਮੀਨੀਮੀਆ ਕਹਾਂਗੇ, ਅਤੇ ਬਹੁਤ ਹੀ ਲੰਬਾ ਨਾਮ ਹੈ। ਐਂਡ ਉਹਦੇ ਫਿਰ ਉਹਨੂੰ ਸਪਲੀਮੈਂਟ ਕਰਨ ਲਈ ਆਪਾਂ ਨੂੰ ਪ੍ਰੋਟੀਨ ਡਾਈਟ ਵਧਾਉਣੀ ਪਏਗੀ, ਪਰ ਉਹ ਤੁਸੀਂ ਡਾਕਟਰ ਦੀ ਸੁਪਰਵਿਜ਼ਨ ਦੇ ਨੀਚੇ ਹੀ ਤੁਸੀਂ ਇਹ ਚੀਜ਼ ਕਰਨੀ। ਜਿਸ ਤਰ੍ਹਾਂ ਤੁਹਾਡੇ ਡਾਕਟਰ ਕਹਿੰਦੇ 60 ਗ੍ਰਾਮ ਪ੍ਰੋਟੀਨ ਜਾਂ 40 ਗ੍ਰਾਮ ਪ੍ਰੋਟੀਨ ਜਾਂ 70 ਗ੍ਰਾਮ ਪ੍ਰੋਟੀਨ ਐਜ਼ ਪਰ ਬਾਡੀ ਵੇਟ, ਜਾਂ ਤੁਹਾਡੀ ਕਿਡਨੀ ਜਾਂ ਲਿਵਰ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਡਾਕਟਰ ਤੁਹਾਨੂੰ ਜਿੰਨਾ ਕਹਿਣਗੇ ਉਨਾ ਪ੍ਰੋਟੀਨ ਲੈਣਾ। ਅਤੇ ਜੇ ਤੁਸੀਂ ਪ੍ਰੋਟੀਨ ਨਹੀਂ ਲਓਗੇ ਤੁਹਾਡੀ ਸਵੈਲਿੰਗ ਵੱਧਦੀ ਜਾਣੀ, ਬਿਕੋਜ਼ ਕਿਡਨੀ 'ਚ ਜੇ ਪ੍ਰੋਬਲਮ ਹੈਗੀ, ਲੈਟ ਅਸ ਸੇ ਪੇਸ਼ੈਂਟ ਨੂੰ ਨੈਫਰੋਟਿਕ ਸਿੰਡਰੋਮ ਹੈਗਾ। ਨੈਫਰੋਟਿਕ ਸਿੰਡਰੋਮ ਇੱਕ ਕੰਡੀਸ਼ਨ ਹੈਗੀ ਜਿਸ 'ਚ ਬੋਡੀ ਪੂਰੀ ਸੁੱਜ ਜਾਂਦੀ ਹੈ, ਔਰ ਇਹੀ ਕਾਰਨ ਕਰਕੇ ਸੁੱਜਦੀ ਹੈ ਕਿ ਆਪਾਂ ਕਿਡਨੀ ਪ੍ਰੋਟੀਨਸ ਨੂੰ ਰੋਕ ਨਹੀਂ ਪਾਉਂਦੀ। ਕਿਡਨੀ ਪ੍ਰੋਟੀਨ ਯੂਰਿਨ 'ਚ ਕੱਢੀ ਜਾ ਰਹੀ ਹੈ ਅਤੇ ਉਹਦੀ ਰਿਪਲੇਸਮੈਂਟ ਨਹੀਂ ਹੋ ਪਾਉਂਦੀ ਉਨੀ। ਸੋ ਇਹ ਡਿਫਰੈਂਟ ਕਾਜ਼ਸ ਹੈਗੇ। ਮੇਨਲੀ ਜਦੋਂ ਆਪਾਂ ਐਡੀਮੇ ਨੂੰ ਸੋਚਦੇ ਹਾਂ, ਐਡੀਮੇ ਦੇ ਕਾਰਨ ਕੀ ਹੈਗੇ, ਆਪਾਂ ਹਮੇਸ਼ਾ ਧਿਆਨ ਰੱਖਣਾ ਕਿ ਸਭ ਤੋਂ ਜਿਹੜੀ ਡੇਂਜਰਸ ਕਾਰਨ ਹੈਗੇ ਉਹਨਾਂ ਨੂੰ ਆਪਾਂ ਪਹਿਲਾਂ ਰੂਲ ਆਊਟ ਕਰਨਾ ਜਾਂ ਰੂਲ ਇਨ ਕਰਨਾ ਵੀ ਇਹ ਤਾਂ ਨਹੀਂ ਹੈਗੇ। ਹੁਣ ਸਭ ਤੋਂ ਜ਼ਿਆਦਾ ਸੀਰੀਅਸ ਚੀਜ਼ ਕੀ ਹੋ ਸਕਦੀ ਹੈ, ਪੇਸ਼ੈਂਟ ਨੂੰ ਜੇ ਹਾਰਟ ਅਟੈਕ ਹੋ ਰਿਹਾ ਜਾਂ ਹਾਰਟ ਦੀ ਪ੍ਰੋਬਲਮ ਹੋ ਰਹੀ ਹੈ, ਅਤੇ ਹਾਰਟ 'ਚ ਆਪਾਂ ਨੂੰ ਯਾਦ ਰੱਖਣਾ ਕਿ ਹਾਰਟ ਦੇ ਦੋ ਸਾਈਡਾਂ ਹੈਗੀਆਂ, ਲੈਫਟ ਸਾਈਡ ਅਤੇ ਰਾਈਟ ਸਾਈਡ। ਅਤੇ ਮੇਨਲੀ ਇਟ ਇਜ਼ ਲੈਫਟ ਵੈਂਟਰੀਕਲ ਅਤੇ ਰਾਈਟ ਵੈਂਟਰੀਕਲ, ਠੀਕ ਹੈ। ਲੈਫਟ ਏਟਰੀਅਮ ਰਾਈਟ ਏਟਰੀਅਮ ਵੀ ਹੁੰਦਾ। ਅਤੇ ਜਦੋਂ ਤੁਹਾਡਾ ਰਾਈਟ ਸਾਈਡ ਦਾ ਹਾਰਟ ਵੀਕ ਹੋ ਜਾਂਦਾ ਉਦੋਂ ਐਡੀਮੇ ਦੀ ਪ੍ਰੋਬਲਮ ਆਉਂਦੀ ਹੈ। ਰਾਈਟ ਸਾਈਡ ਦਾ ਹਾਰਟ ਫੇਲ ਬਹੁਤ ਕਾਰਨ ਕਰਕੇ ਹੋ ਸਕਦਾ। ਜੇ ਤੁਹਾਡੇ ਲੰਗਸ 'ਚ ਪ੍ਰੋਬਲਮ ਹੈਗੀ ਹੈ, ਉਹ ਬੈਕ ਪ੍ਰੈਸ਼ਰ ਮਾਰੇਗਾ ਤੁਹਾਡੀ ਪਲਮਨਰੀ ਆਰਟਰੀ 'ਚ। ਪਲਮਨਰੀ ਆਰਟਰੀ ਬਲੱਡ ਲੰਗਸ 'ਚ ਲੈ ਕੇ ਜਾਂਦੀ ਹੈ। ਹੁਣ ਤੁਸੀਂ ਸੋਚੋ ਵੀ ਇੱਕ ਲੰਗ ਬਹੁਤ ਹੀ ਸੌਫਟ ਜਿਹਾ ਟਿਸ਼ੂ ਹੈਗਾ, ਸਪੌਂਜ ਹੈਗਾ, ਅਤੇ ਉਹ 'ਚ ਬਲੱਡ ਜਾ ਰਿਹਾ, ਉਹ ਤੋਂ ਸਾਫ਼ ਹੋ ਕੇ ਲੈਫਟ ਹਾਰਟ 'ਚ ਜਾ ਰਿਹਾ। ਲੈਫਟ ਹਾਰਟ ਪੂਰੀ ਬੋਡੀ 'ਚ ਬਲੱਡ ਪੰਪ ਕਰਦਾ। ਤੁਸੀਂ ਸੋਚੋ ਵੀ ਉਹੀ ਜਿਹੜਾ ਸੌਫਟ ਜਿਹਾ ਸਪੌਂਜ ਹੈਗਾ ਲੰਗਸ,
जे उस च फाइब्रोसिस हैगी, सैक्टां पी के लंग्स जम्मे पे, कार्बन जमी पई अंदर, धुआं जम्मे पे, तो फाइब्रोसिस है, या पेशेंट को पहले टीबी हुई सी, टीबी करके पूरी लंग्स च धब्बे पे हुए है, स्कारिंग हुई है, तो वो छेद होए लंग्स च बिकॉज ऑफ टीबी। सो फिर लंग्स बहुत खराब हैगे। तो पल्मनरी आर्टरी जो आप राइट वेंट्रिकल थोड़ा जो सज्जा हार्ट हैगा उन्हें ब्लड लंग्स च पंप करना है, तो जो पंप करेगा तो अगे रसिस्टेंस फील होएगी हार्ट नू, उस करके हार्ट फेल होएगा, तो पिछों का ब्लड वापस आई जा रहा राइट हार्ट से, ठीक है। तो वो फिर बैक प्रैशर मारेगा, थोड़े नैक की जोड़े गर्दन दियाँ वेन्स है वालियाँ ये फुल जाएगियाँ और थोड़े हत्थ पैर सुज जाएंगे। हो सकता छाती 'च पानी भर जाए, हार्ट 'च भी पानी भर सकता है, हार्ट के अराउंड पानी भर सकता है, पेट 'च पानी भर सकता, थोड़े लिवर का साइज़, स्पलीन का साइज़ थोड़े वध सकते, हिपैटोस्पलीनोमेगैली कहते हैं, एंड पैरों से डेफिनेटली स्वैलिंग होएगी। सो ये हार्ट के कारण है। एंड ये चीज़ां तुहानूं रूल आउट करनियां बहुत जरूरी है। ये तुसीं डॉक्टर नूं मिलना है, तो डॉक्टर नूं डेफिनेटली सारे लैब वर्कअप करके स्पैशली ECG तो इकोकार्डियोग्राम जरूर करेंगे। तो इको तो तुहानूं पता लगेगा कि थोड़े हार्ट की पंपिंग कितनी हैगी, थोड़े राइट वेंट्रिकल की सिचुएशन किस तरह हैगी, थोड़ा जो राइट साइड एक वैल्व होंदा ट्राइकस्पिड वैल्व, वो टाइट तो नहीं हैगा या लीक तो नहीं कर रहा, या कुछ होर थ्रोम्बस या कुछ होर तो नहीं चक्कर हैगा जिहदे करके प्रैशर ते ब्लॉक पै रहा, तो राइट हार्ट प्रॉपर तरीके नाल पंप नहीं कर सकता। ये कुछ कार्डियक कॉजेस है, ठीक है। इस कुछ होर भी हार्ट के कारण है जिन्होंने करके हार्ट घट पंप कर सकता, डायलेटेड कार्डियोमायोपैथी या हाइपरटेंसिव हार्ट डिजीज़, या पेशेंट शुगर है, डायबिटिक कार्डियोमायोपैथी, या देर आर मैनी अदर कॉजेस जिन्हों की डिटेल से थोनों जाने की जरूरत नहीं। आप एक बेसिक जी अज टॉक रखीए ताकि थोनों एक आइडिया हो जाए कि सोजिश शरीर च क्यों होंदी है, ठीक है। सो हार्ट का आप डिस्कस कर लिया। इस तो बाद आप आवांगे रैसपिरेटरी, साह दी प्रॉब्लम्स करके स्वैलिंग किद्दां बॉडी च होंदी है। हुण जे किसी पेशेंट नूं साह की प्रॉब्लम हैगी, वो बहुत ज़्यादा सिगरेट पी रहे हैं या हुक्का पी रहे हैं बहुत सालों तो छाती च पूरी फाइब्रोसिस हो जाती है, उत्थे धूल जम जाती है, कार्बन जम जाती है, तो होर बहुत ज़्यादा सारे कार्सिनोजेंस होंगे वो लंग्स च जाते हैं, वो करके लंग्स बहुत रजिस्टेंस देंगे है जो अपना राइट हार्ट इंप्योर ब्लड नूं लंग्स च भेजदा है प्योरीफाई करने लई। उस करके फिर ये राइट हार्ट के कारण है जिस करके राइट हार्ट ये लंग्स के कारण है जिस करके थोड़ा राइट हार्ट फेल होएगा। इनू आपां इस सिचुएशन नूं आपां कॉर पल्मोनले कहने हैं। ਇਹਦਾ मतलब हैगा कि हार्ट ऐसा चौके हैगा पर थोड़े फेफड़े खराब है, फेफड़िया करके थोड़ा हार्ट फेल हो रहा है, कॉर पल्मोनले। दैन हाइपोप्रोटीनीमिया, ठीक है। प्रोटीन्स जिहड़े हैगे वो पानी नूं बन के रखणगे आर्टरीज से वेन्स से, तो जो प्रोटीन का लैवल घट हो जाएगा, प्रोटीन लिवर ने बनाना, तो जो लिवर नहीं बना पाएगा, जिस तरह की एल्कोहलिक लिवर डिजीज़ हैगी है या सिरोसिस या कोई विल्सन्स डिजीज़ या कुछ होर हैपेटाइटिस करके थोड़ा कैंसर हो गया लिवर का, कुछ होर हो गया रब ना करे, तो ये चीज़ां करके प्रोटीन लैवल्स घट जाएंगे तो अपनी स्वैलिंग हो जाएगी। फिर दूसरा कारण की हो सकता है, भी लिवर ठीक काम कर रहा है पर किडनी प्रोटीन्स नूं वापस नहीं फिल्टर कर रही, वापस नहीं भेज रही। सो किडनी यूरिन च प्रोटीन कड्डी जा रही है एंड दैट इज़ कॉजिंग हाइपोप्रोटीनीमिया, ठीक है। दैन एक्सट्रावेसेशन ऑफ फ्लूइड इनटू एक्स्ट्रा सैलुलर स्पेस। सो कई बार कुछ इन्फैक्शनस होंगे हैं जिन्ना करके यह चीज़ बिना प्रोटीन की कमी तो भी हो सकती, जिस तरह कि डेंगू हो गया। डेंगू नूं आपां कैपिलरी लीक सिंड्रोम भी कह दें, उस कैपिलरी लीक एक सिचुएशन होंदी है, वही थोड़ा जो पानी हैगा थोड़ी ब्लड वैसल से आर्टरी वेन्स कैपिलरी उस तो बाहर निकल जाता है। तो सोचो भी जब पानी की पाइप जा रही है तो वो छोटे छोटे छेद करते, तो उन्होंने चो पानी बाहर निकल रहा है, तो बाकी टिशूज़ से टंगा च बाहां च अखां च पेट च छाती च भर रहा है, ठीक है, कैपिलरी लीक। एंड कई बार यही सिचुएशन थोड़ा शॉक च भी दिखेगी जे पेशेंट का ब्लड प्रैशर वगैरह इन्फैक्शन करके डाउन हो जाता, फॉल कर जाता, तो वो आपां कुछ मैडिसिन होंगी जिन्होंने आप वेजोप्रैसर्स कहने वो देनियां पैंदियां। सो शॉक च भी इस तरह हो जाता है। कई बार एनाफाइलैक्सिस, एनाफाइलैक्सिस एक सिचुएशन हैगी जिस च पेशेंट नूं एक रिएक्शन हो जाता है, मोस्ट ऑफ द टाइम्स किसी मैडिसन तो होंदा रिएक्शन, तो उस करके पेशेंट का BP वगैरह फॉल कर जाता, तो बहुत ही ज़्यादा स्वैलिंग हो जाती है बॉडी च पूरी ब्लड सिस्टम च। ये चीज़ां भी इडीमा कर सकदियां। फिर लेडीज़ से जे आप देखिए तो प्रैगनेंसी सिचुएशन हैगी जिस च
एक कंडीशन है कि जिन्होंने आप प्री इक्लैम्सिया कहते हैं, उस पेशेंट ਨੂੰ एडीमा हो जाएगा एंड बीपी ਵੱਧ जाएगा और पेशेंट ਨੂੰ ਹੈਡੇਕ ਜਾਂ ਹੋਰ प्रॉब्लम्स स्टार्ट हो ਜਾਣਗੀਆਂ। ठीक है, सो ਇਹ बहुत ही सीरीयस कंडीशन ਹੁੰਦੀ है जिस 'ਚ फीमेल पेशेंट जो ਪ੍ਰੈਗਨੈਂਟ ਹੁੰਦੀ ਹੈ ਅਰਾਊਂਡ 20 ਵੀਕਸ ਤੇ ਇਹ ਸਵੈਲਿੰਗ ਸਟਾर्ट हो जाएगी। ਇਹ ਆਪਾਂ ਉਸੇ ਟਾਈਮ ਹੀ ਗਾਇਨੇਕੋਲੋਜਿਸਟ ਨੇ ਪਿਕਅਪ ਕਰਨੀ ਹੈ ਤੇ ਬਾਕੀ ਦੇ ਰੈਲੀਵੈਂਟ ਟੈਸਟ ਕਰਨੇ और मेक श्योर करना कि पेशेंट अगे क्लैम्सिया च ना जाए, बिकॉज जे क्लैम्सिया जाएगा तो पेशेंट को दौरा पेगा, बेहोशी हो सकती है, जान भी जा सकती है, माँ की जान भी जा सकती है, तो जो पेट से बच्चा है वो जान भी जा सकती है। ये इन्नी सीरीयस गल हैगी। सो प्री क्लैम्सिया पहली गल तो होनी नहीं देनी, जो हो रही है तो उन्होंने आप स्टॉप करना है। कई बार पेशेंट की प्रैगनेंसी आपको टर्मीनेट करनी पैंती है पेशेंट माँ की जान बचाने लई। सो प्री क्लैम्सिया के होर की लक्षण है, ये पेशेंट को नौजिया होएगा। नौजिया मतलब थोड़ा उल्टी ਨੂੰ ਦਿਲ करेगा पर उल्टी आ नहीं रही, उल्टी आ भी सकती, ਉਹਨੂੰ वॉमिटिंग कहांगे, तो सिर दर्द कर सकता, बीपी बहुत हाई होएगा। ठीक है, थोड़ा 180 190 बीपी भी जा सकता ऊपर वाला, तो नीचे वाला भी 110 120 130 तक 140 तक जा सकता है। तो किडनी फेल कर सकती है थोड़ी प्री क्लैम्सिया च। वो पेशेंट कहेगा डॉक्टर साहब मेरे यूरिन की आउटपुट घट गई, मैं बहुत ही अद्धा ही कप यूरिन किया 24 घंटे से, उस टाइप की कंप्लेंट आएगी। तो हुण तुसीं सोचो किडनी फेल हो गई तो मतलब कि जिहड़ा पानी पी रहे हैं आप सिस्टम 'ਚ घूम रहे हैं तो फ्लूइड ओवरलोड हो रहा है, तो लंग्स 'ਚ भी पानी इकट्ठा होएगा, उस करके पेशेंट को ब्रीदिंग डिफिकल्टी स्टार्ट हो जाएगी। तो इस करके पेशेंट के पेट 'ਚ जिहड़ा बच्चा होएगा उन्होंने भी नुकसान पहुँच सकता है, बच्चे की डैथ भी हो सकती है जिहड़ा पेट 'ਚ होएगा माँ के, और माँ दी अखां धुंधलियां हो सकदियां। पेशेंट कह सकता भी डॉक्टर साहब मैनूं धुंधला दिखाई दे रहा, ठीक नहीं दिखाई दे रहा, धब्बे धब्बे दिख रहे हैं। ये सारी चीज़ां आप एमरजेंसीज़ है, मैडिकल एमरजेंसीज़, गायनोकोलॉजिकल एमरजेंसीज़, इन्हों आप उस टाइम ही पिकअप करना है और मेक श्योर करना कि पेशेंट एक्लैम्सिया च ना जाए। ठीक है, फिर आप अगे आने होर की कॉजेस है एडीमा के। ठीक है, हाइपोथायरॉयडिज्म एक कंडीशन हैगी जिस च अगेन एडीमा देखा गया, तो उस पैरों ते ही ज़्यादा एडीमा होंदा है, पर हाइपोथायरॉयडिज्म च थोड़े छाती च भी पानी भर सकता है, थोड़े हार्ट के अराउंड जी झिल्ली होंदी है पेरीकार्डियम कहने वो भी पानी भर सकता है, एंड प्लूरल इफ्यूजन एंड पेरीकार्डियल इफ्यूजन उन्होंने आप कहने ये हाइपोथायरॉयडिज्म च होंदा है। थायरॉयड ग्लैंड इत्थे एक छोटा जिहा होंदा है इत्थे सेंटर से, तो वो जो घट काम करता है तो उस करके थोड़ी बॉडी च फ्लूइड इकट्ठा हो सकता है, पानी इकट्ठा हो सकता है। तो ये बहुत ही माइल्ड जी डिजीज़ हैगी जे प्रॉपर तरीके नाल इहदा इलाज किया जाए। जे पेशेंट एक गोली होंदी अल्ट्रोक्सिन जो वो डॉक्टर की निगरानी च प्रॉपर तरीके नाल लैन, पेशेंट नॉर्मल लाइफ स्टाइल नॉर्मल लाइफ स्पैन गुजारते हैं, तो इस तरह कोई घबराने की गल है नहीं। फिर कई बार थोड़ी गर्दन च या चेहरे ते ही एडीमा होएगा, वो एक आप किडनी प्रॉब्लम माइंड च रखनी है, किडनी प्रॉब्लम करके चेहरे ते सोजिश हो जाए जबकि पैरों च घट सोजिश है। ठीक है, कई बार एक कंडीशन होंगी SVC सिंड्रोम, SVC ऑबस्ट्रक्शन, सुपीरियर वेना केवल सिंड्रोम। तो इत्थे जिवें रुकावट हैगी है, जो आप हाथ उपर चक्कांगे इत्थे एक बॉटल कॉर्क इस तरह टाइट सिचुएशन जी बन जाती है, तो थोड़ी सारी ब्लड वैसल्स जिहड़े उपरों हैगियां नीचे नूं जांदियां अंदर छाती 'ਚ, तो उस करके एक प्रैशर बन जाएगा, तो ब्लड छाती 'ਚ नहीं जा पाएगा, हार्ट 'ਚ नहीं जा पाएगा, उस करके थोड़ी इत्थे स्वैलिंग हो जाएगी चेहरे पर। ठीक है, फेस चेहरा रैड भी हो सकता है, तो उन्होंने प्लीथोरा कहते हैं आप, फेशियल प्लीथोरा, एंड ये कुछ कारण है। दैन कई बार तुसी देखा होएगा पेशेंट की एक ही टंग 'ਚ स्वैलिंग होंदी है, वो होर भी सीरीयस सिचुएशन हो जाती है, तो यूनीलैटरल स्वैलिंग कहने आप कि एक ही टंग 'ਚ स्वैलिंग हैगी, दूसरी टंग ठीक हैगी। वो हुंदा जे थोड़े एक टंग 'ਚ थोड़ी वेन हैगी जी डीप वेन हैगी है, वो क्लॉट बन जाता डीप वेन थ्रोम्बोसिस। वो बहुत कारण है, कई बार ऑटोइम्यून कॉजेस होंगे है। ऑटोइम्यून मतलब कि थोड़ा शरीर के अंदर ही कुछ इस तरह की सिस्टम हो जाता कि थोड़ा शरीर सोचता कि इत्थे आप ब्लॉक बनाना है तो ही गल बनेगी, तो इत्थे आप सोजिश करनी है फिर ही ठीक रहेगा। तो ये थोड़ी जी वेन हैगी है बैक्टीरिया है इन्हू खत्म करना है, इत्थों आप ब्लॉक कर दें। सो इस तरह इनू ऑटोइम्यून डिजीज़ कहने हैं। या कई बार जी प्रैगनेंसी है वो एक हाइपर कोआगुलेबल स्टेट हैगी, उस खून थोड़ा गाढ़ा होंदा है, तो प्रैगनेंसी उस पेशेंट्स दे इस तरह DVT हो सकती है। एंड कई बार ओरल कॉन्ट्रासैप्टिव्स की भी जे पेशेंट होवे तो उस दे साइड इफेक्ट नाल भी DVT हो सकती है, एंड दैट विल अगेन कॉज स्वैलिंग। पर वो
ਸਵੈਲਿੰਗ ਤੁਹਾਡੇ ਇੱਕੋ ਹੀ ਟੰਗ 'ਚ ਹੋਏਗੀ ਜਿੱਥੇ ਓਬਸਟਰਕਸ਼ਨ ਹੋਈ ਹੈਗੀ ਆ। ਦੈਨ ਲੋਕਲ ਸੈਲੋਲਾਈਟਿਸ, ਇਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ। ਜੇ ਤੁਹਾਡੇ ਪੈਰ ਤੇ ਸੱਟ ਲੱਗ ਗਈ ਹੈ ਤੇ ਤੁਹਾਨੂੰ ਸਵੈਲਿੰਗ ਹੋ ਗਈ ਉੱਥੇ ਐਡੀਮਾ ਹੋ ਜਾਏਗਾ। ਉੱਥੇ ਜਿਹੜੀ ਤੁਹਾਡਾ ਟੈਂਪਰੇਚਰ ਹੋਏਗਾ, ਤੁਸੀਂ ਇੱਦਾਂ ਜੇ ਹੱਥ ਰੱਖੋਗੇ ਉਹ ਸਵੈਲਿੰਗ 'ਤੇ, ਉਹ ਬਹੁਤ ਹੀ ਵਾਰਮ ਹੋਏਗਾ। ਤੁਸੀਂ ਨਾਲ ਵਾਲਾ ਸਰਾਊਂਡਿੰਗ ਏਰੀਆ 'ਤੇ ਰੱਖੋਗੇ ਹੱਥ, ਤਾਂ ਉਹ ਨੋਰਮਲ ਟੈਂਪਰੇਚਰ ਹੋਏਗਾ। ਜਿਹੜੀ ਸਵੈਲਿੰਗ ਉਹ 'ਤੇ ਰੱਖੋਗੇ ਉਹ ਬਹੁਤ ਹੀ ਵਾਰਮ ਹੋਏਗਾ, ਗਰਮ ਹੋਏਗਾ, ਅਤੇ ਉਹਨੂੰ ਆਪਾਂ ਸੈਲੋਲਾਈਟਿਸ ਕਹਿ ਦਿੰਦੇ ਹਾਂ। ਠੀਕ ਹੈ, ਲੋਕਲ ਟਰਾਮਾ। ਦੈਨ ਪ੍ਰੈਗਨੈਂਸੀ, ਐਲਕੋਹਲ ਆਪਾਂ ਡਿਸਕਸ ਕਰ ਚੁੱਕੇ ਹਾਂ। ਫਿਰ ਇੱਕ ਹੋਰ ਕੰਡੀਸ਼ਨ ਹੈਗੀ ਲਿੰਫ-ਈਡੀਮਾ। ਲਿੰਫ-ਈਡੀਮਾ 'ਚ ਜਿਹੜੇ ਤੁਹਾਡੇ ਆਪਣੇ ਸਰੀਰ 'ਚ ਇੱਕ ਆਰਟਰੀਜ਼ ਹੁੰਦੀਆਂ, ਇੱਕ ਵੇਨਸ ਹੁੰਦੀਆਂ। ਆਰਟਰੀਜ਼ ਹਾਰਟ ਤੋਂ ਪਿਓਰ ਬਲੱਡ ਲੈ ਕੇ ਆਉਂਦੀ ਹੈ, ਪੂਰੀ ਬਾਡੀ 'ਚ ਤੁਹਾਨੂੰ ਆਰਟਰੀਜ਼ ਦੇ ਰਾਹੀਂ ਤੁਹਾਡੇ ਸੈੱਲਾਂ ਨੂੰ ਪਿਓਰ ਬਲੱਡ ਆਕਸੀਜਨ ਮਿਲਦੀ ਹੈ। ਫਿਰ ਜਿਹੜੀ ਕਾਰਬਨ ਡਾਈਆਕਸਾਈਡ ਬਣਦੀਆਂ ਸੈੱਲਸ ਦੇ ਵਿੱਚ, ਉਹ ਵਾਪਸ ਵੇਨਸ ਦੇ ਜ਼ਰੀਏ ਇੰਪਿਓਰ ਬਲੱਡ ਜਾਂਦਾ ਅਤੇ ਤੁਹਾਡੇ ਲੰਗਸ 'ਚ ਫਿਲਟਰ ਹੋ ਕੇ ਵਾਪਸ ਫਿਰ ਲੈਫਟ ਹਾਰਟ 'ਚ ਜਾਂਦਾ। ਲੈਫਟ ਹਾਰਟ ਫਿਰ ਪਿਓਰੀਫਾਈਡ ਆਕਸੀਜਨ ਵਾਲਾ ਬਲੱਡ ਨੂੰ ਫਿਰ ਤੁਹਾਡੇ ਸਰੀਰ 'ਚ ਧੱਕਦਾ, ਤਾਂ ਕਿ ਤੁਹਾਡਾ ਸਰੀਰ ਚੱਲਦਾ ਰਹੇ। ਅਤੇ ਉਹਦੇ ਨਾਲ ਇੱਕ ਪੈਰਲਲ ਸਿਸਟਮ ਹੈਗਾ, ਜਿਹੜਾ ਕਿ ਆਪਾਂ ਲਿੰਫੈਟਿਕ ਸਿਸਟਮ ਕਹਿੰਦੇ ਹਾਂ। ਲਿੰਫੈਟਿਕ ਸਿਸਟਮ ਦਾ ਆਪਣਾ ਹੀ ਕੰਮ ਹੈਗਾ, ਉਹ ਇਨਫੈਕਸ਼ਨ ਨੂੰ ਰੋਕ ਕੇ ਰੱਖੇਗਾ, ਉਸ 'ਚ ਲਿੰਫ ਹੋਏਗਾ। ਅਤੇ ਜੇ ਉੱਥੇ ਉਸ 'ਚ ਵੀ ਓਬਸਟਰਕਸ਼ਨ ਹੋ ਜਾਏ, ਉਹਦੇ ਕਰਕੇ ਵੀ ਤੁਹਾਡੇ ਪੈਰਾਂ 'ਚ ਸਵੈਲਿੰਗ ਹੋ ਸਕਦੀ ਹੈ। ਉਹਨੂੰ ਆਪਾਂ ਲਿੰਫੈਂਟੀਐਸਿਸ ਬੋਲ ਸਕਦੇ ਹਾਂ ਜਾਂ ਫਾਈਲੇਰੀਐਸਿਸ। ਇਹ ਇੱਕੋ ਹੀ ਕਾਰਨ ਹੈਗਾ। ਹੋਰ ਵੀ ਕਾਰਨ ਹੈਗੇ ਲਿੰਫ-ਈਡੀਮਾ ਦੇ, ਜਿਨ੍ਹਾਂ ਕਰਕੇ ਸਵੈਲਿੰਗ ਹੋ ਸਕਦੀ ਹੈ। ਜੇ ਤੁਹਾਡੇ ਲਿੰਫ ਨੋਡ ਹੈਗਾ ਜਾਂ ਤੁਹਾਨੂੰ ਕੈਂਸਰ ਕੀਮੋਥੈਰੇਪੀ ਮਿਲੀ ਹੈ ਅਤੇ ਉੱਥੇ ਸਵੈਲਿੰਗ ਹੋ ਗਈ ਹੈ, ਫਾਈਬਰੋਸਿਸ ਹੋ ਗਈ ਹੈ, ਅਤੇ ਬਾਕੀ ਦੇ ਡਿਸਟਲ ਲਿੰਬ 'ਤੇ ਉਹ 'ਚ ਸਵੈਲਿੰਗ ਹੋ ਜਾਏਗੀ। ਅਤੇ ਉਹ ਬਿਕੋਜ਼ ਲਿੰਫੈਟਿਕ ਸਿਸਟਮ ਬਲੌਕ ਹੋ ਗਿਆ ਬਿਕੋਜ਼ ਆਫ ਕੈਂਸਰ ਜਾਂ ਬਿਕੋਜ਼ ਆਫ ਰੇਡੀਏਸ਼ਨ ਜਾਂ ਸਰਜਰੀ ਜਾਂ ਕੋਈ ਵੀ ਚੀਜ਼ ਕਰਕੇ ਤੁਹਾਡਾ ਲਿੰਫੈਟਿਕ ਸਿਸਟਮ ਬਲੌਕ ਕਰਤਾ। ਫਿਰ ਵੇਨਸ ਦੇ ਥਰੂ ਪ੍ਰੋਪਰ ਤਰੀਕੇ ਨਾਲ ਬਲੱਡ ਵਾਪਸ ਨਹੀਂ ਜਾਂਦਾ ਅਤੇ ਪੈਰਾਂ 'ਚ ਹੀ ਰਹਿ ਜਾਂਦਾ, ਉਹਨੂੰ ਆਪਾਂ ਲਿੰਫ-ਈਡੀਮਾ ਕਹਿ ਦਾਂਗੇ। ਫਿਰ ਇਹ ਡਾਇਰੈਕਟਲੀ ਇੱਕ ਹੋਰ ਵੀ ਕਾਰਨ ਹੈਗੇ, ਉਹ ਪ੍ਰੋਪਰ ਐਕਚੁਅਲੀ ਈਡੀਮਾ ਨਹੀਂ ਹੈਗੇ, ਪਰ ਇੱਕ ਤਰੀਕੇ ਦਾ ਈਡੀਮਾ ਹੀ ਹੁੰਦੇ ਆ। ਜਿਸ ਤਰ੍ਹਾਂ ਕਿ ਆਟੋਇਮਿਊਨ ਡਿਜ਼ੀਜ਼ ਜਿਵੇਂ ਰੂਮੇਟੋਇਡ ਆਰਥਰਾਈਟਿਸ ਹੋ ਗਈ, ਐਂਡ ਗਾਊਟ ਇਜ਼ ਆਲਸੋ ਅ ਕੰਡੀਸ਼ਨ ਜਿਸ 'ਚ ਵੀ ਪੈਰਾਂ 'ਤੇ ਸਵੈਲਿੰਗ ਹੋ ਸਕਦੀ ਹੈ। ਉਸ 'ਚ ਬਹੁਤ ਜ਼ਿਆਦਾ ਪੇਨ ਹੋਏਗੀ। ਰੂਮੇਟੋਇਡ ਆਰਥਰਾਈਟਿਸ 'ਚ ਵੀ ਪੇਨ ਹੋਏਗੀ ਅਤੇ ਸਵੈਲਿੰਗ ਵੀ ਹੋਏਗੀ ਉਸ ਜਗ੍ਹਾ 'ਤੇ, ਜੁਆਇੰਟਸ ਦੇ ਉੱਪਰ ਥੋੜ੍ਹੀ ਮੋਟੀ ਸਵੈਲਿੰਗ ਹੋਏਗੀ, ਉਹਨੂੰ ਈਡੀਮਾ ਕਹਿ ਦਾਂਗੇ ਆਪਾਂ। ਠੀਕ ਹੈ। ਦੈਨ ਕੁਛ ਮੈਡੀਸਨਸ ਦੇ ਸਾਈਡ ਇਫੈਕਟ ਹੁੰਦੇ ਆ। ਕਈ ਵਾਰੀ ਇੱਕ ਮੈਡੀਸਨ ਹੈਗੀ ਐਮਲੋਡੀਪਿਨ, ਬਹੁਤ ਹੀ ਕਾਮਨ ਮੈਡੀਸਨ ਹੈ। ਬਹੁਤ ਸਾਰੇ ਪੇਸ਼ੈਂਟ ਨੂੰ ਅਸੀਂ ਲਿਖਦੇ ਹਾਂ BP ਲਈ, ਐਂਡ ਬਹੁਤ ਹੀ ਅੱਛੀ ਮੈਡੀਸਨ ਹੈਗੀ ਹੈ। ਉਹ ਐਂਜਾਈਨਾ ਲਈ ਵੀ ਦੇਈ ਜਾਂਦੀ ਹੈ, ਅਤੇ ਪਰ ਉਹਦਾ ਇੱਕ ਸਾਈਡ ਇਫੈਕਟ ਹੈਗਾ, ਕੁਛ ਪੇਸ਼ੈਂਟਸ 'ਚ ਉਹ ਸਵੈਲਿੰਗ ਕਰ ਦਿੰਦੀ ਹੈ। ਅਤੇ ਜੇ ਪੇਸ਼ੈਂਟ ਸਾਨੂੰ ਕੰਪਲੇਨ ਕਰਦਾ, ਡਾਕਟਰ ਸਾਹਿਬ ਇਹ ਮੈਡੀਸਨ ਸਟਾਰਟ ਕਰਨ ਤੋਂ ਬਾਅਦ ਮੇਰੇ ਪੈਰ ਸੁੱਜਣ ਲੱਗ ਗਏ, ਉਹ ਮੈਡੀਸਨ ਅਸੀਂ ਚੇਂਜ ਕਰ ਸਕਦੇ ਹਾਂ। ਉਹਦੀ ਜਗ੍ਹਾ ਜੇ ਤੁਸੀਂ ਐਮਲੋਡੀਪਿਨ ਦੇ ਦੋਗੇ, ਉਹ ਜੋ ਕਿ ਪਿਓਰਰ ਫਾਰਮ ਹੈਗਾ ਉਸ ਮੈਡੀਸਨ ਦਾ, ਅਤੇ ਉਹਦੀ ਅੱਧੀ ਡੋਜ਼ ਦਿਓਗੇ ਤਾਂ ਤੁਹਾਡੀ ਸਵੈਲਿੰਗ ਠੀਕ ਹੋ ਜਾਏਗੀ। ਜਾਂ ਤੁਸੀਂ ਦੇਰ ਆਰ ਸੋ ਮੈਨੀ ਮੈਡੀਸਨ, ਬਹੁਤ ਸਾਰੀਆਂ ਹੋਰ BP ਦੀਆਂ ਮੈਡੀਸਨਸ ਆ, ਉਹ ਵੀ ਦਿੱਤੀਆਂ ਜਾ ਸਕਦੀਆਂ, ਐਮਲੋਡੀਪਿਨ ਬੰਦ ਕਰ ਸਕਦੇ ਹਾਂ। ਸੋ ਇਹ ਕੁਛ ਕਾਰਨ ਸੀ ਦੋਸਤੋ। ਅਤੇ ਇਹਨੂੰ ਇਨਵੈਸਟੀਗੇਸ਼ਨ ਕਿੱਦਾਂ ਕਰਨੀ ਹੈ ਇਸ ਈਡੀਮਾ ਦੀ, ਇਸ 'ਚ ਆਪਾਂ ਡਿਟੇਲ 'ਚ ਨਹੀਂ ਜਾਵਾਂਗੇ। ਬੇਸਿਕਲੀ ਆਪਾਂ ਨੂੰ ਸਾਰੇ ਟੈਸਟ ਕਰਨੇ ਆ, ਜਿਹੜੇ ਵੀ ਡਾਕਟਰ ਤੁਹਾਨੂੰ ਕਹਿੰਦੇ ਆ, ਬਲੱਡ ਟੈਸਟ, ਅਲਟਰਾਸਾਊਂਡ, ਯੂਰਿਨ ਟੈਸਟ, ਲਿਵਰ ਟੈਸਟ, ਕਿਡਨੀ ਟੈਸਟ, ਐਂਡ ECG, ਐਕੋ। ਇਹ ਬਹੁਤ ਸਾਰੇ ਟੈਸਟ ਹੈਗੇ। ਇਹ ਆਪਣੇ ਇਸ ਲੈਕਚਰ 'ਚ ਜ਼ਿਆਦਾ ਫਿੱਟ ਨਹੀਂ ਹੋ ਰਹੇ, ਅਤੇ ਆਪਾਂ ਇੱਥੇ ਹੀ ਇਸ ਟੌਪਿਕ ਨੂੰ ਬੰਦ ਕਰਾਂਗੇ। ਇਹ ਛੋਟਾ ਜਿਹਾ ਟੌਪਿਕ ਸੀਗਾ, ਅਤੇ ਇਸ 'ਚ ਆਪਣਾ ਏਮ ਸੀਗਾ ਵੀ ਆਪਾਂ ਜਾਣੀਏ ਕਿ ਸਵੈਲਿੰਗ ਕੀ ਹੁੰਦੀ ਹੈ, ਈਡੀਮਾ ਕੀ ਹੁੰਦਾ, ਉਹਦੇ ਕਾਰਨ ਕੀ ਹੈਗੇ, ਅਤੇ ਇਹੀ ਤੁਸੀਂ ਲੈ ਕੇ ਚੱਲਣਾ। ਜੇ ਤੁਹਾਡੇ ਸਵੈਲਿੰਗ ਹੈਗੀ ਪੈਰਾਂ 'ਚ, ਹਾਂ ਇੱਕ ਰੀਜ਼ਨ ਆਪਾਂ ਹੋਰ ਮਿਸ ਕਰ ਗਏ, ਵੈਰੀਕੋਸ ਵੇਨਸ। ਅਤੇ ਵੈਰੀਕੋਸ ਵੇਨਸ 'ਚ ਵੀ ਪੈਰਾਂ 'ਚ ਸਵੈਲਿੰਗ ਹੋ ਸਕਦੀ ਹੈ। ਵੈਰੀਕੋਸ ਵੇਨਸ ਮਤਲਬ ਤੁਹਾਡੀ ਵੇਨਸ ਥੋੜ੍ਹੀ ਲੂਜ਼ ਹੋ ਜਾਂਦੀ ਹੈ। ਜੇ ਤੁਸੀਂ ਤੁਹਾਡੇ ਗੋਡੇ ਦੇ ਪਿਛਲੇ ਸਾਈਡ 'ਤੇ, ਤੁਸੀਂ ਜਿੱਥੇ ਤੁਹਾਡੇ ਕਾਫ ਮਸਲ ਹੈਗੇ ਹੈ, ਜੇ ਤੁਸੀਂ ਉੱਥੇ ਹੱਥ ਲਾਓ ਤਾਂ ਤੁਹਾਨੂੰ ਇੱਦਾਂ ਲੱਗੇ ਕਿ ਜਿਵੇਂ ਉੱਥੇ ਛੋਟੇ ਟੋਰਚੂਅਸ ਨਸਾਂ ਫੁੱਲੀਆਂ ਹੋਈਆਂ। ਠੀਕ ਹੈ, ਉਹਨੂੰ ਵੈਰੀਕੋਸ ਵੇਨਸ ਕਹਿੰਦੇ ਆ। ਉਹ ਵੇਨਸ 'ਚ ਆਪਣੇ ਵੈਲਵ ਹੁੰਦੇ ਆ, ਉਹ ਥੋੜ੍ਹੇ ਵੀਕ ਹੋ ਜਾਂਦੇ ਆ ਅਤੇ ਬਲੱਡ ਉੱਪਰ ਨਹੀਂ ਪੰਪ ਕਰ ਸਕਦੇ, ਅਤੇ ਉੱਪਰ ਨੂੰ ਬਲੱਡ ਨਹੀਂ ਜਾਂਦਾ, ਐਂਟੀ ਗ੍ਰੈਵਿਟੀ ਕਰਕੇ ਪੈਰਾਂ 'ਚ ਹੀ ਖੜਿਆ ਰਹਿੰਦਾ ਬਲੱਡ। ਉਹ ਵੈਰੀਕੋਸਿਟੀ ਕਰਕੇ ਪੈਰਾਂ 'ਚ ਸਵੈਲਿੰਗ ਹੋ ਸਕਦੀ ਹੈ। ਸੋ ਦੋਸਤੋ, ਇਹ ਇੱਕ ਲੈਕਚਰ ਸੀ। ਸੋ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਗਾ, ਔਰ ਜੇ ਹੋਰ ਵੀ ਕੋਈ ਟੌਪਿਕ ਹੈਗਾ ਜਿਸ 'ਤੇ ਤੁਸੀਂ ਥੋੜ੍ਹਾ ਹੋਰ ਕਲੈਰੀਫਿਕੇਸ਼ਨ ਜਾਣਨਾ ਚਾਹੁੰਦੇ ਹੋ, ਤੁਸੀਂ ਕਮੈਂਟਸ 'ਚ ਲਿਖੋ, ਅਤੇ ਮੈਂ ਉਹ 'ਤੇ ਵੀ ਵੀਡੀਓ ਬਣਾ ਕੇ ਐਕਸਪਲੇਨ ਕਰ ਸਕਦਾ, ਜਾਂ ਕਮੈਂਟ ਬਾਕਸ ਦੇ ਵਿੱਚ ਹੀ ਮੈਂ ਐਕਸਪਲੇਨ ਕਰ ਸਕਦਾ। ਐਂਡ ਜੇ ਮੇਰਾ ਕੰਮ ਤੁਹਾਨੂੰ ਅੱਛਾ ਲੱਗਦਾ, ਮੇਰੇ ਲੈਕਚਰ ਅੱਛੇ ਲੱਗਦੇ, ਤੁਹਾਨੂੰ फ़ायदा ਹੋਇਆ, ਪਲੀਜ਼ ਸਬਸਕ੍ਰਾਈਬ ਕਰਨਾ,
ਔਰ ਲਾਈਕ ਕਰਨਾ ਹੈ, ਸ਼ੇਅਰ ਕਰਨਾ ਹੈ, ਕਮੈਂਟਸ ਕਰਨੇ ਹੈ, ਤੇ ਉੱਥੇ ਇੱਕ ਬੈਲ ਬਣੀ ਹੋਈ ਹੈ ਰਾਈਟ ਸਾਈਡ ਤੇ, ਉਹਨੂੰ ਪ੍ਰੈਸ ਕਰਨਾ ਹੈ ਔਰ ਉਹਨੂੰ ਆਲ ਤੇ ਵੀ ਪ੍ਰੈਸ ਕਰਨਾ ਹੈ। ਤੇ ਹਮੇਸ਼ਾ ਖੁਸ਼ ਰਹੋ, ਹੈਲਦੀ ਖਾਓ ਔਰ ਐਕਸਰਸਾਈਜ਼ ਕਰਦੇ ਰਹੋ ਔਰ ਟੈਨਸ਼ਨ ਵਾਲੀ ਲਾਈਫ ਕਦੇ ਨਹੀਂ ਜੀਣੀ। ਐਂਡ ਜਿਹੜੇ ਵੀ ਚੀਜ਼ਾਂ ਐਡੀਮਾ ਕਰਦੀਆਂ, ਐਲਕੋਹਲ ਜਾਂ ਸਿਗਰਟ ਸਮੋਕਿੰਗ ਜਾਂ ਕੋਈ ਹੋਰ ਕਾਰਨ ਟੈਨਸ਼ਨ ਕਰਕੇ ਵੀ ਹਾਰਟ ਪ੍ਰੋਬਲਮ ਹੋ ਸਕਦੀ ਹੈ, ਇਹ ਚੀਜ਼ਾਂ ਤੋਂ ਆਪਾਂ ਦੂਰ ਰਹਿਣਾ। ਐਂਡ ਲਾਈਫ ਇਜ਼ ਗੁੱਡ। ਸੋ ਇੱਥੇ ਆਪਾਂ ਵੀਡੀਓ ਐਂਡ ਕਰਦੇ ਹਾਂ। ਬਾਏ ਬਾਏ।